In this lecture, we shall discuss a case of electrical oscillator. ਇਸ ਤੋਂ ਪਹਿਲੇ ਲੈਕਚਰ ਦੇ ਵਿੱਚ ਅਸੀਂ ਮਕੈਨੀਕਲ ਆਸੀਲੇਟਰ ਡਿਸਕਸ ਕੀਤਾ ਸੀ। ਉਹਦੇ ਵਿੱਚ ਅਸੀਂ ਇੱਕ ਪਰਟੀਕੂਲਰ ਕੇਸ ਲਿਆ ਸੀਗਾ, a body attached with a spring। ਉਹ ਸਪਰਿੰਗ ਬੀਇੰਗ ਇਲਾਸਟਿਕ, ਜਦੋਂ ਉਹਦੀ ਲੈਂਥ ਡਿਫਾਰਮ ਕੀਤੀ ਜਾਂਦੀ ਸੀ ਉਹਦੇ ਅੰਦਰ ਇੱਕ ਰਿਸਟੋਰਿੰਗ ਫੋਰਸ ਡਿਵੈਲਪ ਹੁੰਦੀ ਸੀ। with restoring force as well as the property of inertia of motion। ਜਿਹੜਾ ਉਹ ਸਪਰਿੰਗ ਹੈ ਉਹਦੇ ਨਾਲ ਜਿਹੜਾ ਮਾਸ ਅਟੈਚ ਕੀਤਾ ਹੋਇਆ ਅਸੀਂ ਉਹਨੂੰ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਉਹ ਟੂ ਐਂਡ ਫਰੋ ਮੋਸ਼ਨ ਐਗਜ਼ੀਕਿਊਟ ਕਰੇਗਾ, ਜਿਸ ਦੀ ਅਸੀਂ ਡਿਫਰੈਂਸ਼ੀਅਲ ਇਕੁਏਸ਼ਨ ਬਣਾਈ ਸੀ, ਉਹਦਾ ਸੋਲਿਊਸ਼ਨ ਪਤਾ ਕੀਤਾ ਸੀਗਾ। ਅਸੀਂ ਪਿਛਲੇ ਲੈਕਚਰ ਦੇ ਵਿੱਚ ਇਹ ਵੀ ਡਿਸਕਸ ਕੀਤਾ ਸੀ ਵੀ ਵੀ ਮਸਟ ਮੇਕ ਅ ਡਿਸਟਿੰਕਸ਼ਨ ਬਿਟਵੀਨ ਵਾਈਬ੍ਰੇਸ਼ਨ ਐਂਡ ਔਸੀਲੇਸ਼ਨ। ਕੁਝ ਕੇਸਿਸ ਦੇ ਵਿੱਚ ਅਸੀਂ ਜਦੋਂ ਟੂ ਐਂਡ ਫਰੋ ਕੋਈ ਬੈਕ ਐਂਡ ਫੋਰਥ ਕੋਈ ਕੁਆਂਟਿਟੀ ਵੇਰੀ ਕਰਦੀ ਹੈ ਉੱਥੇ ਉਸ ਦੇ ਵੇਰੀਏਸ਼ਨ ਨੂੰ ਅਸੀਂ ਵਾਈਬ੍ਰੇਸ਼ਨ ਬੋਲਦੇ ਹਾਂ। ਕਈ ਜਗ੍ਹਾ ਦੇ ਵਿੱਚ ਬੈਕ ਐਂਡ ਫੋਰਥ ਜਿਹੜੀ ਵੇਰੀਏਸ਼ਨ ਹੈ ਉਸ ਨੂੰ ਅਸੀਂ ਔਸੀਲੇਸ਼ਨ ਬੋਲਦੇ ਹਾਂ। ਤੁਹਾਨੂੰ ਦੱਸਿਆ ਸੀ ਵੀ ਇੱਕ ਕਪੈਸਿਟਰ ਸੀ ਨੂੰ ਚਾਰਜ ਕਰਨ ਤੋਂ ਬਾਅਦ ਇੱਕ ਇੰਡਕਟਰ ਦੇ ਅਕ੍ਰੋਸ ਕਨੈਕਟ ਕੀਤਾ ਜਾਵੇ ਤਾਂ ਚਾਰਜ ਫਲੋ ਕਰਨ ਕਰਕੇ ਜਿਹੜਾ ਕੈਪੈਸਿਟਰ ਉਹ ਡਿਸਚਾਰਜ ਹੁੰਦਾ ਹੈ ਥਰੂ ਇੰਡਕਟਰ। ਇੱਕ ਸਾਈਕਲਿਕ ਪ੍ਰੋਸੈਸ ਹੈ, ਕੁਝ ਸਮੇਂ ਦੇ ਲਈ ਕੈਪੈਸਿਟਰ ਡਿਸਚਾਰਜ ਹੁੰਦਾ ਤੇ ਫਿਰ ਕੁਝ ਸਮੇਂ ਦੇ ਲਈ ਉਹ ਰੀਚਾਰਜ ਹੁੰਦਾ ਹੈ। ਰੀਚਾਰਜ ਨੂੰ ਦੁਬਾਰੇ ਹੁੰਦਾ ਹੈ ਵਿਦ ਆਪੋਜੀਟ ਪੋਲੈਰਿਟੀ। ਜਿਹੜੀ ਪਲੇਟ ਤੇ ਪਹਿਲਾਂ ਨੈਗੇਟਿਵ ਚਾਰਜ ਉਸ ਦੇ ਬਾਅਦ ਵਿੱਚ ਪੋਜ਼ਿਟਿਵ ਬਣ ਜਾਂਦਾ। ਇੱਕ ਸਾਈਕਲਿਕ ਪ੍ਰੋਸੈਸ ਹੈ, ਉਹਦੇ ਵਿੱਚ ਇਲੈਕਟ੍ਰਿਕ ਚਾਰਜ ਕੀ ਕਰਦਾ ਹੈ ਬੈਕ ਐਂਡ ਫੋਰਥ, ਪਹਿਲਾਂ ਪੋਜ਼ਿਟਿਵ ਚਾਰਜ ਇੱਕ ਪਲੇਟ ਤੇ ਫਿਰ ਉਹੀ ਪੋਜ਼ਿਟਿਵ ਚਾਰਜ ਦੂਸਰੀ ਪਲੇਟ ਤੇ ਗਰੋ ਕਰਨਾ ਸ਼ੁਰੂ ਕਰਦਾ ਹੈ, ਬਣ ਜਾਂਦਾ ਹੈ। ਇਸ ਕਰਕੇ ਉੱਥੇ ਜਿਹੜੀ ਚੀਜ਼ ਬੈਕ ਐਂਡ ਫੋਰਥ ਵੇਰੀ ਕਰ ਰਹੀ ਹੈ ਉਹਨੂੰ ਅਸੀਂ ਕਹਾਂਗੇ ਉਹ ਔਸੀਲੇਸ਼ਨ ਬਣਾ ਰਹੀ ਹੈ। ਚਾਰਜ ਇਜ਼ ਸੈਡ ਟੂ ਬੀ ਔਸੀਲੇਟਿੰਗ ਇਨ ਕੇਸ ਆਫ ਚਾਰਜਿੰਗ ਐਂਡ ਡਿਸਚਾਰਜਿੰਗ ਆਫ ਏ ਕੈਪੈਸਿਟਰ ਥਰੂ ਐਨ ਇੰਡਕਟਰ। ਉਹੀ ਕੇਸ ਅਸੀਂ ਇੱਥੇ ਡਿਸਕਸ ਕਰ ਰਹੇ ਹਾਂ, ਇਸ ਨੂੰ ਅਸੀਂ LC ਔਸੀਲੇਟਰ ਕਹਿੰਦੇ ਹਾਂ। ਸਭ ਤੋਂ ਪਹਿਲਾ ਇੱਕ ਕੇਸ ਸੀ ਜਿਹਦੇ ਰਾਹੀਂ ਇਲੈਕਟ੍ਰੋਮੈਗਨੈਟਿਕ ਵੇਵਜ਼ ਨੂੰ ਜਨਰੇਟ ਕੀਤਾ ਗਿਆ, ਉਹ ਸਾਡੀਆਂ LC ਔਸੀਲੇਸ਼ਨ, ਅਸੀਂ ਉਸ ਨੂੰ LC ਔਸੀਲੇਸ਼ਨ ਪ੍ਰੋਡਕਸ਼ਨ ਆਫ LC ਔਸੀਲੇਸ਼ਨ ਬੋਲਦੇ ਹਾਂ। ਅਤੇ ਉਹੀ ਇੱਕ ਐਗਜ਼ਾਮਪਲ ਹੈ ਜਿਹੜੀ ਇੱਥੇ ਲਈ ਗਈ ਹੈ ਟੂ ਡਿਸਕਸ simple harmonic electrical oscillator. So dear students, let us read from the very first line. I start, when a charged capacitor is connected across an inductor, L ਉਹਦੀ self inductance ਹੈ, a cyclic process of discharging and charging of capacitor is started, ਸ਼ੁਰੂ ਹੋ ਜਾਂਦੀ ਹੈ process of discharging and charging, and ideally ਮਤਲਬ ਰੀਅਲ ਸਿਚੁਏਸ਼ਨ ਦੇ ਵਿੱਚ ਨਹੀਂ, ideally it continues until inductor is kept connected across the capacitor। ideally ਕਿਉਂ ਲਿਖਿਆ? ਕਿਉਂਕਿ ਕਿੰਨਾ ਵੀ ਪਰਫੈਕਟ ਇੰਡਕਟਰ ਅਸੀਂ ਕਿਉਂ ਨਾ ਲੈ ਲਈਏ, ਇਨ ਰੀਅਲ ਸਿਚੁਏਸ਼ਨਸ ਉਹ ਇੰਡਕਟਰ ਦੇ ਅੰਦਰ ਕੁਝ ਨਾ ਕੁਝ ਰਜਿਸਟੈਂਸ ਜ਼ਰੂਰ ਹੋਏਗੀ। ਉਸ ਰਜਿਸਟੈਂਸ ਕਰਕੇ ਲਗਾਤਾਰ ਜਦੋਂ ਚਾਰਜ ਫਲੋ ਕਰੇਗਾ ਜਿਹੜਾ ਕੌਨਸਟੀਟਿਊਟ ਕਰੇਗਾ ਕਰੰਟ ਨੂੰ, ਉਸ ਕਰਕੇ ਹੀਟਿੰਗ ਇਫੈਕਟ ਆਫ ਕਰੰਟ ਕਰਕੇ ਲਗਾਤਾਰ ਹਰੇਕ ਸਾਈਕਲ ਦੇ ਵਿੱਚ ਕੁਝ ਨਾ ਕੁਝ ਜਿਹੜੀ ਇਲੈਕਟ੍ਰੀਕਲ ਐਨਰਜੀ ਹੈ ਇਟ ਵਿਲ ਬੀ ਲੋਸਟ ਟੂ ਦਾ ਸਰਾਊਂਡਿੰਗਸ। ਇਸ ਕਰਕੇ ਅਸੀਂ ਇਨ ਰੀਅਲ ਸਿਚੁਏਸ਼ਨ ਸਾਡੇ ਕੋਲ ਪਰਫੈਕਟ ਇੰਡਕਟਰ ਨਹੀਂ ਹੋਏਗਾ। ਇਸ ਕਰਕੇ ਜੇ ਸਾਡੇ ਕੋਲ ਰੀਅਲ ਇੰਡਕਟਰ ਹੋਏਗਾ ਤਾਂ ਕੁਝ ਸਮੇਂ ਤੋਂ ਬਾਅਦ ਜਿਹੜਾ ਕੈਪੈਸਿਟਰ 'ਤੇ ਜਿਹੜਾ ਚਾਰਜ ਆ ਆਲਮੋਸਟ ਡਿਸਅਪੀਅਰ ਹੋਏਗਾ, ਇਟ ਵਿਲ ਬੀ ਲੋਸਟ ਟੂ ਦਾ ਸਰਾਊਂਡਿੰਗ। ਇਸ ਕਰਕੇ ਇੱਥੇ ਅਸੀਂ ਆਈਡਲ ਵਰਡ ਸਿਚੁਏਸ਼ਨ ਯੂਜ਼ ਕੀਤੀ ਹੈ ਕਿ ਜਦੋਂ ਇੱਕ ਜਿਹੜਾ ਚਾਰਜ ਕੈਪੈਸਿਟਰ ਹੈ ਇਟ ਇਜ਼ ਕਨੈਕਟਡ ਅਕ੍ਰੋਸ ਐਨ ਇੰਡਕਟਰ, ਏ ਸਾਈਕਲਿਕ ਪ੍ਰੋਸੈਸ ਆਫ ਡਿਸਚਾਰਜਿੰਗ ਐਂਡ ਚਾਰਜਿੰਗ of capacitor is started, and ideally it continues until inductor is kept connected across the capacitor. Actually, this LC circuit
is the source of electromagnetic waves of frequency, बड़ा वेल नोन रिलेशन है। फ्रीक्वेंसी कितनी होएगी इन्हां वेव्स दी जिहड़ियां इत्थों जनरेट होणगीਆਂ प्रोड्यूस होणगीਆਂ 1/2 pi root LC। L is the self inductance of the coil, C is the capacitance of the capacitor, C is the capacitance, L is the inductance। One cycle of charging and discharging of capacitor is shown below in 5 steps। पहली जिहड़ी फिगर है फिगर 1 ਦੇ ਵਿੱਚ ਅਸੀਂ ਇੱਕ ਕੈਪੈਸੀਟਰ ਉਹ ਸਿਚੁਏਸ਼ਨ ਐਟ ਵੈਰੀ ਬਿਗਨਿੰਗ ਅਸੀਂ ਜਸਟ ਉਹਨੂੰ ਕਨੈਕਟ ਕੀਤਾ ਅਕ੍ਰੋਸ ਐਨ ਇੰਡਕਟਰ। ਆ ਇੱਕ ਕੀ ਦਿਖਾਈ ਹੋਈ ਹੈ ਕੀ ਕਲੋਜ਼ ਕੀਤੀ ਤਾਂ ਕੀ ਹੋਏਗਾ ਚਾਰਜ positive plate to positive charge will start flowing in this direction by convention current will flow in that direction in which positive charge will flow। ये cycle complete होएगा current इस direction में flow करेगा। अगे असीं एक होर चीज़ दिखाई है rate of decay of current, क्योंकि शुरू दे विच maximum current flow करेगा लगातार वो करंट नहीं फ्लो करता रहेगा कुछ टाइम तो बाद कुछ टाइम तो नहीं लगातार करंट का जो मैगनीट्यूड है इट विल बी डिक्रीजिंग यूनिट टाइम कितना करंट डिक्रीज हो रहा है उन्होंने असीं रेट ऑफ डिके ऑफ करंट di/dt नाल रिप्रेजेंट किया एक्सप्रैस किया है। अकॉर्डिंग टू फैराडे लॉ ऑफ इलैक्ट्रोमैग्नेटिक इंडक्शन एक कोयल नाल लिंक करता फ्लक्स जो चेंज होएगा EMF इंड्यूस होएगी। पहली चीज़ असीं इत्थे दिखाई है मैग्नैटिक फ्लक्स लिंकिंग विद ए कोयल फाई इज इक्वल टू LI। इसका मतलब यह है भी जो भी किसी कोयल दे विचों दी करंट फ्लो करेगा उस कोयल नाल कुछ फ्लक्स लिंक करेगा उसकी वैल्यू होएगी LI। इट कम्स फ्रॉम कोएफिशिएंट ऑफ this L is called coefficient of self inductance। जे करंट चेंज हो रहा तो फ्लक्स भी चेंज होएगा। तो फैराडे लॉ ऑफ इलैक्ट्रोमैग्नेटिक इंडक्शन दसदा है पहली जिहड़ा लॉ है क्वालिटेटिव डेफिनेशन है जिहड़ा कहंदा है भी जदों कोयल नाल लिंक करदा फ्लक्स चेंज हुंदा है तां EMF इंड्यूस हुंदी है। ਉਹਦਾ ਜਿਹੜਾ ਕੁਆਂਟੀਟੇਟਿਵ ਪਾਰਟ ਸਾਨੂੰ ਦੱਸਦਾ ਹੈ भी किन्नी EMF इंड्यूस होंदी है हाउ मच। तो मैथमेटिकली जी इंड्यूस EMF जी एक कोयल के सिरियां दे अक्रॉस इट्स एंड्स प्रोड्यूस होएगी किन्नी होएगी -d∅/dt रेट ऑफ चेंज ऑफ मैग्नैटिक फ्लक्स। फाई किहदे बराबर है LI। फाई LI पुट किया L कॉन्स्टेंट है बन गया -LdI/dt। ये जो रिलेशन है ये जो नैगेटिव साइन कोई नैगेटिव वोल्टेज नहीं हैगी या नैगेटिव वोल्टेज या पॉजिटिव वोल्टेज ना कोई मतलब नहीं। ये जो साइन है ये इंड्यूस्ड EMF की नेचर बारे दसदा है भी जी कोयल नाल लिंक करता फ्लक्स जो चेंज होएगा जी EMF बनेगी। EMF बनता मतलब की है जदों तक ये जी कोयल है ये लिंक करता फ्लक्स चेंज होंदा रहेगा one end will be raised to higher potential than the other momentarily temporarily। कदों तक जदों तक इस कोयल नाल लिंक करता फ्लक्स चेंज होएगा एक एंड इस कोयल का हायर पोटेंशियल ते दूसरा लोअर पोटेंशियल ते। ये भी हायर ते हो सकता है ये भी हायर ते हो सकता है। साडा इस चीज़ नाल कोई मतलब नहीं साडा सिर्फ मकसद सिर्फ ये समझण लई है भी इस कोयल नाल लिंक करता फ्लक्स जदों भी चेंज होएगा वन एंड ऑफ कोयल विल बी टेकन टू हायर लेवल ऑफ इलैक्ट्रोस्टैटिक पोटेंशियल अनदर एंड विल बी टेकन टू एट लोअर इलैक्ट्रोस्टैटिक पोटेंशियल। एक पोटेंशियल डिफरेंस क्रिएट हो जाएगा तो इस असी EMF बोलते हैं। ये EMF पक्की नहीं हैगी इट इज़ इंड्यूस्ड EMF। इट कैन बी देयर सो लॉन्ग एज फ्लक्स विल बी कैप्ट चेंजिंग लिंक भी करे तो जो फ्लक्स है वो चेंज भी होंदा रहेगा।
इस केस ਦੇ ਵਿੱਚ ਉਹ ਕੁਦਰਤੀ ਆ ਉਹਦਾ ਚੇਂਜ ਹੋਣਾ, ਕਿਉਂਕਿ ਆ ਜਿਹੜੀ ਕੈਪੈਸਿਟਰ ਹੈ ਇਹਦੇ ਉੱਪਰ ਪਹਿਲਾਂ ਹੀ ਇਹ ਚਾਰਜ ਕੀਤਾ ਹੋਇਆ ਟੂ ਫੁੱਲ ਐਕਸਟੈਂਟ। ਜਿਵੇਂ ਅਸੀਂ ਸਾਡੇ ਕੋਲ ਇੱਕ ਕੰਟੇਨਰ ਹੋਵੇ, ਸਪੋਜ਼ ਵਾਟਰ ਇਜ਼ ਫਿਲਡ ਅਪ ਟੂ ਟੌਪ ਆਫ ਦਾ ਕੰਟੇਨਰ, ਅਸੀਂ ਉਹਦੇ ਅੰਦਰ ਇੱਕ ਛੋਟਾ ਜਿਹਾ ਛੇਕ ਕਰ ਦਈਏ ਗਰਾਊਂਡ ਤੇ, ਤਾਂ ਤੁਸੀਂ ਦੇਖੋਗੇ ਇਨੀਸ਼ੀਅਲ ਮੂਵਮੈਂਟ ਤੇ ਜਿਹੜਾ ਪਾਣੀ ਦਾ ਜਿਹੜਾ ਫਲੋ ਹੈ ਬੜਾ ਤੇਜ਼ ਹੋਏਗਾ। ਜਿਵੇਂ ਜਿਵੇਂ ਉਹ ਟੈਂਕ ਦੀ ਕੈਪੈਸਿਟੀ ਦੇ ਮੁਤਾਬਕ ਜਿਹੜਾ ਉਹਦਾ ਪਾਣੀ ਹੈ, ਉਹਦਾ ਜਿਹੜਾ ਕੰਟੈਂਟ ਹੈ, ਜਿਹੜੀ ਕੁਆਂਟਿਟੀ ਹੈ ਘਟਦੀ ਜਾਏਗੀ, ਜਿਹੜਾ ਆਊਟਰ ਫਲੋ ਹੈ ਉਹ ਘਟੀ ਜਾਏਗਾ। ਬਿਲਕੁਲ ਉਸੇ ਤਰ੍ਹਾਂ ਹੀ ਇਹ ਚਾਰਜ ਕੀਤਾ ਹੋਇਆ ਸੀ ਟੂ ਇਟਸ ਫੁੱਲ ਐਕਸਟੈਂਟ, ਤਾਂ ਐਟ ਦਾ ਵੈਰੀ ਬਿਗਨਿੰਗ ਇਹਦੇ ਅੰਦਰੋਂ ਜਿਹੜੇ ਨੰਬਰ ਆਫ ਚਾਰਜਸ ਡਿਸਚਾਰਜ ਹੋਣ ਲਈ ਨਿਕਲਣੇ ਸੀ ਉਹਦੀ ਗਿਣਤੀ ਜ਼ਿਆਦਾ ਹੋਏਗੀ, ਪਰ ਹੌਲੀ ਲਗਾਤਾਰ ਬਾਹਰ ਨੂੰ ਜਿਹੜੇ ਚਾਰਜ ਜਿਹੜੇ ਇਹਨਾਂ ਪਲੇਅਰਸ ਨੂੰ ਲੀਵ ਕਰਨਗੇ ਉਹਨਾਂ ਦੀ ਗਿਣਤੀ ਘਟੀ ਜਾਏਗੀ। more the charges are leaving per unit time, more will be the current. Lesser the number of charges per unit time, moving per unit time, lesser will be the current. ਤੇ di/dt ਇਹੀ ਚੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ ਵੀ ਕਿੰਨਾ ਇੱਕ ਯੂਨਿਟ ਟਾਈਮ ਦੇ ਵਿੱਚ ਕਿੰਨਾ ਕਰੰਟ ਘਟ ਰਿਹਾ, ਰੇਟ ਆਫ ਡਿਕੇ ਆਫ ਕਰੰਟ। ਇਸੇ ਚੀਜ਼ ਕਰਕੇ ਇਸ ਕੋਇਲ ਨਾਲ ਲਿੰਕ ਕਰਦਾ ਫਲਕਸ ਚੇਂਜ ਹੁੰਦਾ ਹੈ, ਕਿਉਂਕਿ ਕਰੰਟ ਲਗਾਤਾਰ ਕਾਂਸਟੈਂਟ ਨਹੀਂ ਫਲੋ ਕਰ ਰਿਹਾ, ਕਰੰਟ ਦੀ ਵੈਲਿਊ ਘਟ ਰਹੀ ਹੈ, ਤਾਂ ਲਿੰਕ ਕਰਦਾ ਫਲਕਸ ਚੇਂਜ ਹੋਏਗਾ। ਕਰੰਟ ਦੇ ਨਾਲ ਮੈਗਨੈਟਿਕ ਫਲਕਸ ਐਸੋਸੀਏਟ ਹੁੰਦਾ ਹੈ। ਮੈਗਨੈਟਿਕ ਇਫੈਕਟ ਆਫ ਕਰੰਟ ਕੀ ਹੈ? whenever there is a current, an associated magnetic field is there. ਔਰਸਟਡ ਨੇ ਕਿਹਾ ਸੀ 1820 ਦੇ ਵਿੱਚ, ਆਪਣਾ ਮੈਗਨੈਟਿਕ ਇਫੈਕਟ ਆਫ ਕਰੰਟ ਦਿੱਤਾ ਸੀ। ਸੋ ਮੈਗਨੈਟਿਕ ਫਲਕਸ ਬਣਾ ਰਹੇਗਾ ਕਿਉਂਕਿ ਉਹ ਕਰੰਟ ਚੇਂਜ ਹੋ ਰਿਹਾ, ਮੈਗਨੈਟਿਕ ਫਲਕਸ ਵੀ ਚੇਂਜ ਹੋਏਗਾ। ਜੇ ਮੈਗਨੈਟਿਕ ਫਲਕਸ ਚੇਂਜ ਹੋਏਗਾ ਤਾਂ ਇਹਦੇ ਜਿਹੜੇ ਐਂਡਸ ਨੇ ਉਹਨਾਂ ਤੇ ਇੱਕ EMF ਇੰਡਿਊਸ ਹੋਏਗੀ। ਉਹਦੀ ਨੇਚਰ ਕੀ ਹੈ? ਲੈਂਸ ਲਾਅ ਸਾਨੂੰ ਦੱਸਦਾ ਹੈ, ਨੈਗੇਟਿਵ ਸਾਈਨ ਟੈਲਸ ਵੀ ਆ ਜਿਹੜੀ EMF ਹੈ ਇਹਦੀ ਨੇਚਰ ਇਸ ਤਰ੍ਹਾਂ ਦੀ ਹੈ, ਇਹ ਅਪੋਜ਼ ਕਰਦੀ ਹੈ ਉਹ ਚੀਜ਼ ਦਾ ਜਿਹਨੇ ਇਹਨੂੰ ਪ੍ਰੋਡਿਊਸ ਕੀਤਾ। ਇਟ ਆਲਵੇਜ਼ ਅਪੋਜ਼ਸ ਦ ਕਾਜ਼ ਵਿਚ ਹੈਜ਼ ਪ੍ਰੋਡਿਊਸਡ ਇਟ। ਇਸ EMF ਨੂੰ ਕਿਹਨੇ ਪ੍ਰੋਡਿਊਸ ਕੀਤਾ ਹੈ? ਰੇਟ ਆਫ ਚੇਂਜ ਆਫ ਕਰੰਟ ਨੇ। ਚੇਂਜ ਵਧਣ ਕਰਕੇ ਵੀ ਹੋ ਸਕਦਾ, ਜੇ ਸਰਕਟ 'ਚ ਕਰੰਟ ਗਰੋ ਕਰਦਾ ਹੋਵੇ ਤਾਂ ਵੀ ਕਰੰਟ ਚੇਂਜ ਹੋ ਰਿਹਾ, ਜੇ ਡਿਕੇ ਕਰ ਰਿਹਾ ਫਿਰ ਵੀ ਚੇਂਜ ਹੋ ਰਿਹਾ। ਦੇਅਰਫੋਰ ਸਾਡਾ ਮਤਲਬ ਇਹ ਨਹੀਂ ਵੀ ਕਰੰਟ ਗਰੋ ਕਰਦਾ ਜਾਂ ਡਿਕੇ ਕਰਦਾ, ਕਰੰਟ ਨੇ ਚੇਂਜ ਹੋਣਾ ਹੈ। ਜੇ ਕਰੰਟ ਚੇਂਜ ਹੋਏਗਾ ਤਾਂ EMF ਇੰਡਿਊਸ ਹੋਏਗੀ, ਕਿਉਂਕਿ ਇੱਥੇ ਹੋ ਰਿਹਾ EMF ਇੰਡਿਊਸ ਹੋਏਗੀ। ਕਿਵੇਂ ਹੋਏਗੀ? ਕੌਣ EMF ਨੂੰ ਇੰਡਿਊਸ ਕਰ ਰਿਹਾ? ਕਰੰਟ ਦੇ ਵਿੱਚ ਚੇਂਜ। ਕਿਹੜੀ ਚੇਂਜ? ਘਟਣ ਕਰਕੇ ਜਿਹੜੀ ਚੇਂਜ ਹੈ। ਤਾਂ ਫਿਰ EMF ਕਿਸ ਤਰ੍ਹਾਂ ਹੋਏਗੀ? ਆ ਐਂਡ ਹਾਇਰ ਪੋਟੈਂਸ਼ੀਅਲ ਤੇ ਹੋਏਗਾ ਜਾਂ ਆ ਐਂਡ ਹਾਇਰ ਪੋਟੈਂਸ਼ੀਅਲ ਤੇ ਹੋਏਗਾ? ਪੋਜ਼ਿਟਿਵ ਪੋਟੈਂਸ਼ੀਅਲ ਕਿਹੜੇ ਤੇ ਕਿਹੜਾ ਐਂਡ ਹਾਇਰ ਪੋਟੈਂਸ਼ੀਅਲ ਤੇ ਹੋਏਗਾ? ਇਹ ਜਿਹੜੀ ਚੀਜ਼ ਹੈ ਇਹਨੂੰ ਅਸੀਂ ਇੱਥੇ ਦਿਖਾਇਆ ਹੋਇਆ। ਜਦੋਂ ਕਰੰਟ ਡਿਕੇ ਕਰ ਰਿਹਾ, ਕੈਪੈਸਿਟਰ ਡਿਸਚਾਰਜ ਕਰ ਰਿਹਾ, ਤਾਂ ਜਿਹੜੀ EMF ਇੰਡਿਊਸ ਹੋਏਗੀ ਉਹ ਇਸ ਤਰੀਕੇ ਨਾਲ ਹੋਏਗੀ। ਦਿਸ ਐਂਡ ਵਿਲ ਬੀ ਐਟ ਲੋਅਰ potential, this end will be at higher potential, this end will be at higher potential। ਇਸ ਕਰਕੇ ਜੇ ਅਸੀਂ ਅਸਿਊਮ ਕਰੀਏ ਵੀ ਆਹ ਕੋਇਲ ਨੂੰ ਅਸੀਂ ਉਤਾਰ ਲਈਏ ਤੇ ਇੱਥੇ ਇੱਕ ਇਸ ਤਰ੍ਹਾਂ ਦੀ ਪੋਲੈਰਿਟੀ ਵਾਲਾ ਸੈੱਲ ਲਾ ਦਈਏ, ਉਹ ਕਰੰਟ ਕਿੱਧਰ ਨੂੰ ਭੇਜੇਗਾ? ਇਨ ਦਿਸ ਡਾਇਰੈਕਸ਼ਨ। ਦੇਅਰਫੋਰ ਨੇਚਰ ਆਫ ਦਿਸ EMF ਇਜ਼ ਸੱਚ, ਜੇ ਆ ਐਂਡ ਲੋਅਰ ਪੋਟੈਂਸ਼ੀਅਲ ਤੇ ਆ, ਐਸਾ ਆ ਦੂਸਰਾ ਐਂਡ ਹਾਇਰ ਪੋਟੈਂਸ਼ੀਅਲ ਤੇ ਆ, ਤਾਂ ਹੀ ਕਰੰਟ ਦੇ ਵਿੱਚ ਚੇਂਜ ਜਿਹੜੀ ਡਿਕੇ ਹੋ ਰਹੀ ਹੈ ਉਹਦੀ ਪੂਰਤੀ ਕਰ ਸਕੇਗਾ ਉਹ, ਤਾਂ ਹੀ ਕਰੰਟ ਦੇ ਆਪਣੇ ਮੁਤਾਬਕ ਦਿਸ ਕੋਇਲ ਦੇ ਅਕ੍ਰੋਸ ਜਿਹੜੀ EMF ਜਨਰੇਟ ਹੋਏਗੀ, ਉਹਦੀ ਜਿਹੜੀ ਆਪਣੀ ਜਿਹੜੀ ਕੋਸ਼ਿਸ਼ ਹੈ ਉਹਦੇ ਨਾਲ ਡਿਕੇ ਆਫ ਕਰੰਟ ਨੂੰ ਉਹ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ EMF ਕਿਹਨੇ ਇੰਡਿਊਸ ਕੀਤੀ ਆ? ਰੇਟ ਆਫ ਡਿਕੇ ਆਫ ਕਰੰਟ ਨੇ।
फिर ये EMF एवें प्रोड्यूस होएगी ਤਾਂ ਕਿ ਜਿੰਨਾ ਕੁ ਇੱਥੋਂ ਘਟ ਰਿਹਾ ਉਨ ਕੇ ਪੂਰਤੀ ਕਰ ਸਕੇ। ਇਨ ਦਾ ਮੀਨ ਟਾਈਮ ਕਪੈਸਿਟਰ ਡਿਸਚਾਰਜ ਹੋ ਰਿਹਾ, ਕੁਝ ਟਾਈਮ ਤੋਂ ਬਾਅਦ ਇਟ ਵਿਲ ਬੀ ਫੁੱਲੀ ਡਿਸਚਾਰਜ, ਬਿਲਕੁਲ ਡਿਸਚਾਰਜ ਹੋ ਜਾਏਗਾ। ਜਿਵੇਂ ਜਿਵੇਂ ਡਿਸਚਾਰਜ ਹੋ ਰਿਹਾ ਇੱਥੇ ਮੈਗਨੈਟਿਕ ਫਲਕਸ ਗਰੋ ਕਰ ਰਿਹਾ। ਸ਼ੁਰੂ ਦੇ ਵਿੱਚ ਸਰਕਟ ਦੇ ਕੋਲ ਪੂਰੀ ਦੀ ਪੂਰੀ એનર્ਜੀ ਕਿਸ ਫਾਰਮ ਦੇ ਵਿੱਚ ਸੀ? ਇਨ ਦਾ ਫਾਰਮ ਆਫ ਇਲੈਕਟ੍ਰਿਕ ਫੀਲਡ એનર્ਜੀ। ਜਦੋਂ ਇਹ ਫੁੱਲੀ ਡਿਸਚਾਰਜ ਹੋ ਗਿਆ ਪੂਰੀ ਦੀ ਪੂਰੀ એનર્ਜੀ ਕੋਇਲ ਦੇ ਕੋਲੇ ਪਹੁੰਚ ਕਿਸ ਫਾਰਮ ਦੇ ਵਿੱਚ? ਇਨ ਦਾ ਫਾਰਮ ਆਫ ਮੈਗਨੈਟਿਕ ਫੀਲਡ એનર્ਜੀ। ਮੈਗਨੈਟਿਕ ਫੀਲਡ ਵਿਲ ਬੀ ਸੈਟ ਅਪ ਅਰਾਊਂਡ ਦਾ ਕੋਇਲ। ਹੁਣ ਉਸ ਤੋਂ ਬਾਅਦ ਕੀ ਹੋਏਗਾ? ਲਾਸਟ ਮੂਮੈਂਟ ਤੇ ਵੈਨ all discharge has just taken place, full strength of magnetic field ਉਸੇ ਟਾਈਮ ਤੇ ਇੱਥੇ ਐਸਟੈਬਲਿਸ਼ ਹੋਏਗੀ। ਉਸ ਤੋਂ ਬਾਅਦ ਕੀ ਹੋਏਗਾ? ਇੱਥੇ ਆਲਰੇਡੀ ਇਹ ਜਿਹੜਾ ਐਂਡ ਹੈ ਨੈਗੇਟਿਵ ਪੋਲੈਰਿਟੀ ਵਾਲਾ ਬਣ ਚੁੱਕਿਆ ਤੇ ਆਹ ਐਂਡ ਪੋਜ਼ਿਟਿਵ ਪੋਲੈਰਿਟੀ ਵਾਲਾ ਬਣ ਚੁੱਕਿਆ। ਉਸ ਤੋਂ ਬਾਅਦ ਜਿਹੜਾ ਮੈਗਨੈਟਿਕ ਫਲਕਸ ਹੈ ਉਹ ਡਿਕੇ ਕਰਨਾ ਸ਼ੁਰੂ ਕਰੇਗਾ ਤੇ ਨਾਲ ਦੇ ਨਾਲ ਕੀ ਹੋਏਗਾ? ਜਿਹੜੇ ਚਾਰਜ ਹੈ ਜਿਹੜੀ ਪੋਲੈਰਿਟੀ ਬਣ ਚੁੱਕੀ ਹੈ ਆ ਪੋਜ਼ਿਟਿਵ ਪੋਲੈਰਿਟੀ ਇਹ ਐਂਡ ਦੀ ਨੈਗੇਟਿਵ ਪੋਲੈਰਿਟੀ ਉਹ ਕੀ ਕਰਨਾ ਸ਼ੁਰੂ ਕਰੇਗੀ? ਇਟ ਵਿਲ ਟਰਾਈ ਟੂ ਸੈਂਡ ਪੋਜ਼ਿਟਿਵ ਚਾਰਜ ਟੂ ਦਿਸ ਪਲੇਟ ਐਂਡ ਨੈਗੇਟਿਵ ਚਾਰਜ ਟੂ ਦਿਸ ਪਲੇਟ। ਇਹ ਜਿਹੜੀ ਸਿਚੁਏਸ਼ਨ ਕੰਪਲੀਟ ਕਿੱਥੇ ਹੋ ਰਹੀ ਹੈ? ਅਸੀਂ ਫਿਗਰ 3 ਦੇ ਵਿੱਚ ਦਿਖਾਈ ਹੈ। ਵੈਨ ਆਲ ਮੈਗਨੈਟਿਕ ਫੀਲਡ ਇਸ ਸਟੈਪ ਦੇ ਵਿੱਚ ਜਿਹੜਾ ਬਣਿਆ ਸੀਗਾ ਇਹ ਡਿਸਅਪੀਅਰ ਹੋਏਗਾ, ਉਹ ਇੱਥੇ ਜਾ ਕੇ ਕੰਪਲੀਟ ਪ੍ਰੋਸੈਸ ਹੋ ਜਾਂਦੀ ਹੈ। ਇਨ ਦਾ ਮੀਨ ਟਾਈਮ ਆਹ ਪੋਲੈਰਿਟੀ ਪੋਜ਼ਿਟਿਵ ਚਾਰਜ ਦਿਖਾ ਰਹੀ ਹੈ ਤੇ ਇਸ ਪਲੇਟ ਤੇ ਨੈਗੇਟਿਵ ਚਾਰਜ ਬਣ ਰਿਹਾ। ਨਾਓ ਦਿਸ ਮੈਗਨੈਟਿਕ ਫੀਲਡ ਜਿਹੜਾ ਡਿਵੈਲਪ ਹੋਇਆ ਸੀ ਇਸ ਸਟੇਜ ਦੇ ਉੱਪਰ ਉਹ ਪੂਰਾ ਡਿਸਅਪੀਅਰ ਹੋ ਗਿਆ। ਫਸਟ ਕੇਸ, ਸੈਕੰਡ ਕੇਸ, ਥਰਡ ਕੇਸ ਇੱਕੋ ਹੀ ਸਰਕਟ ਹੈ, ਉਹ ਅਲੱਗ-ਅਲੱਗ ਮੂਵਮੈਂਟ ਤੇ ਅਸੀਂ ਉਹਦੀ ਪੋਜੀਸ਼ਨ ਦਿਖਾ ਰਹੇ ਹਾਂ। ਕਿਸੇ ਟਾਈਮ ਤੇ ਇਹ ਸਿਚੁਏਸ਼ਨ ਸੀ ਸਰਕਟ ਦੀ, all the energy was in the form of electric field energy। ਕੁਝ ਟਾਈਮ ਤੋਂ ਬਾਅਦ ਉਹ ਸਰਕਟ ਦੀ ਇਹ ਪੋਜੀਸ਼ਨ ਬਣ ਗਈ ਜਦੋਂ ਕਪੈਸਿਟਰ ਪੂਰਾ ਡਿਸਚਾਰਜ ਹੋ ਗਿਆ, ਇਲੈਕਟ੍ਰਿਕ ਫੀਲਡ એનર્ਜੀ ਡਿਸਅਪੀਅਰ ਹੋ ਗਈ। ਇਸ ਕੰਪੋਨੈਂਟ ਦੇ ਕੋਲੇ ਇੰਡਕਟਰ ਕੋਲੇ ਪੂਰੀ એનર્ਜੀ ਆ ਗਈ, ਉਸ ਨੂੰ ਅਸੀਂ ਮੈਗਨੈਟਿਕ ਫੀਲਡ એનર્ਜੀ ਕਹਿੰਦੇ ਆ। ਉਸ ਤੋਂ ਬਾਅਦ ਅਗਲੀ ਸਿਚੁਏਸ਼ਨ ਸਰਕਟ ਕਿਹੜੀ ਪੋਜੀਸ਼ਨ 'ਚ ਆਏਗਾ? ਇਸ ਪੋਜੀਸ਼ਨ ਦੇ ਵਿੱਚ ਜਦੋਂ ਫੇਰ ਤੋਂ ਆ ਜਿਹੜਾ ਮੈਗਨੈਟਿਕ ਫੀਲਡ ਸੀ ਡਿਸਅਪੀਅਰ ਹੋ ਜਾਏਗਾ ਤੇ ਕਿੱਧਰ ਚਲਾ ਗਿਆ? ਇਹ ਚਾਰਜਿੰਗ ਹੋ ਗਈ ਪਲੇਟ ਦੀ ਇਸ ਮੂਵਮੈਂਟ ਤੇ ਇਸ ਟਾਈਮ ਦੇ ਵਿੱਚ। ਨਾਓ ਅਗੇਨ ਕਪੈਸਿਟਰ ਹੈਜ਼ ਅਟੇਨਡ entire energy of the circuit in the form of electric field energy, ਪਰ ਉਹਦੀ ਡਾਇਰੈਕਸ਼ਨ ਬਦਲ ਗਈ। ਇੱਥੇ ਡਾਇਰੈਕਸ਼ਨ ਇਲੈਕਟ੍ਰਿਕ ਫੀਲਡ ਦੀ ਰਾਈਟ ਹੈਂਡ ਸਾਈਡ ਵੱਲ ਸੀਗੀ, ਹੁਣ ਕਿੱਧਰ ਬਣ ਗਏ? ਲੈਫਟ ਹੈਂਡ ਸਾਈਡ ਵੱਲ। ਹੁਣ ਉਸ ਤੋਂ ਬਾਅਦ ਅਗੇਨ ਡਿਸਚਾਰਜਿੰਗ ਪ੍ਰੋਸੈਸ ਵਿਲ ਟੇਕ ਪਲੇਸ, ਕਿਉਂਕਿ ਹੁਣ ਤੱਕ ਕਿਉਂ ਨਹੀਂ ਸੀ ਡਿਸਚਾਰਜ ਹੋਇਆ? ਕਿਉਂ ਕੁਝ ਨਾ ਕੁਝ ਚਾਰਜ ਫਲੋ ਕਰ ਰਿਹਾ ਸੀਗਾ। ਜਦੋਂ ਇਨਕਮਿੰਗ ਚਾਰਜ ਦੀ ਆਉਣੀ ਬੰਦ ਹੋ ਜਾਏਗੀ ਤਾਂ ਰਿਵਰਸ ਪ੍ਰੋਸੈਸ ਸਟਾਰਟ ਹੋ ਜਾਏਗੀ। ਇਟ ਵਿਲ not be able to hold charge on its plates। ਤਾਂ ਸਰਕਟ ਕਨੈਕਟਡ ਹੈ ਤਾਂ ਹੋਲਡ ਨਹੀਂ ਕਰ ਸਕਦਾ ਚਾਰਜ ਨੂੰ, ਦੀਵਾਰ ਤੋਂ ਡਿਸਚਾਰਜ ਹੋਣਾ ਤੈਅ ਹੈ। ਇਟ ਕੈਨ ਨਾਟ ਬੀ it cannot hold, charge cannot be held by this capacitor। ਅਖੀਰ ਤੇ ਫਿਰ ਕੀ ਹੋਏਗਾ? ਅਗਲੀ ਜਿਹੜੀ ਮੂਵਮੈਂਟ ਆ ਉਹ ਇੱਥੇ ਦਿਖਾਈ ਹੋਈ ਹੈ। ਹੁਣ ਇਸ ਕਪੈਸਿਟਰ ਦੇ ਡਿਸਚਾਰਜ ਹੋਣ ਤੋਂ ਬਾਅਦ ਪੂਰੀ ਪੂਰੀ ਜਿਹੜਾ ਮੈਗਨੈਟਿਕ ਫੀਲਡ એનર્ਜੀ ਇੱਥੇ ਸੈਟਅਪ ਹੋ ਗਈ। ਅਸੀਂ ਇਹਨਾਂ ਦੋਨਾਂ ਫਿਗਰਸ ਨੂੰ ਜੇ ਧਿਆਨ ਨਾਲ ਦੇਖੀਏ, ਆਹ ਸਿਚੁਏਸ਼ਨ ਕਦੋਂ ਬਣੀ ਸੀ? ਜਦੋਂ ਆਹ ਸਰਕਟ ਦੇ ਵਿੱਚ ਜਿਹੜਾ ਚਾਰਜ ਹੈ, ਜਿਹੜਾ ਕਰੰਟ ਆ ਉਹ ਐਂਟੀ ਕਲੌਕਵਾਈਜ਼ ਸੀਗਾ, ਉਦੋਂ ਅਸੀਂ ਇਹ ਡਾਇਰੈਕਸ਼ਨ ਐਵੇਂ ਦਿਖਾ ਦਿੱਤੀ ਹੈ ਮੈਗਨੈਟਿਕ ਫੀਲਡ ਲਾਈਨਸ ਦੀ। ਤਾਂ ਕੁਦਰਤੀ ਹੈ ਆਹ ਸਿਚੁਏਸ਼ਨ ਕਿਵੇਂ ਬਣੀ? ਡਿਊ ਟੂ ਕਲੌਕਵਾਈਜ਼ ਫਲੋ ਆਫ ਕਰੰਟ। ਤਾਂ ਕੁਦਰਤੀ ਹੈ ਇੱਥੇ ਜਿਹੜੀ ਸਾਨੂੰ ਡਾਇਰੈਕਸ਼ਨ ਦਿਖਾਉਣੀ ਪਏਗੀ ਲਾਈਨਸ ਦੀ, ਉਹ ਇਸ ਫਿਗਰ ਦੇ ਆਪੋਜਿਟ ਦਿਖਾਉਣੀ ਪਏਗੀ। ਫਿਗਰ 4 ਜਿਸ ਮੂਵਮੈਂਟ ਨੂੰ ਰਿਪਰੈਜ਼ੈਂਟ ਕਰ ਰਹੀ ਹੈ, ਉਦੋਂ ਕਪੈਸਿਟਰ ਇੱਕ ਵਾਰੀ ਫੇਰ ਡਿਸਚਾਰਜ ਹੋ ਗਿਆ। ਪੂਰੀ એનર્ਜੀ ਕਿਹੜੀ ਕੰਪੋਨੈਂਟ ਕੋਲ ਹੈ? ਇੰਡਕਟਰ ਕੋਲ ਹੈ, ਇਨ ਦਾ ਫਾਰਮ ਆਫ ਮੈਗਨੈਟਿਕ ਫੀਲਡ એનર્ਜੀ। Therefore
ਇੱਥੇ એનર્ਜੀ ਇਲੈਕਟ੍ਰਿਕ ਫੀਲਡ એનર્ਜੀ ਸੀਗੀ, ਇੱਥੇ ਮੈਗਨੈਟਿਕ ਫੀਲਡ એનર્ਜੀ ਹੈ, ਇੱਥੇ ਫਿਰ ਇਲੈਕਟ੍ਰਿਕ ਫੀਲਡ એનર્ਜੀ ਹੈ, ਇੱਥੇ ਮੈਗਨੈਟਿਕ ਫੀਲਡ એનર્ਜੀ ਹੈ। exchange of electric field energy and magnetic field energy, mutual exchange is taking place। अगली फिगर काहदे लई दिखा रहे हैं ਅਸੀਂ, to show that one cycle of discharge and charging has taken place। ਉਸ ਤੋਂ ਬਾਅਦ ਕੀ ਹੋਏਗਾ, मैग्नेटिक फील्ड एनर्जी मैग्नेटिक फील्ड डिके होना शुरू हो जाएगा। तो इत्थे पोलैरिटी किहड़ी बन चुकी है, इत्थे ऐसे दिखाई हुई है, इस जगह ते दिखाई हुई है। जो ये मैग्नेटिक फील्ड ग्रो कर रहा, करंट इस डायरैक्शन विच फ्लो हुंदा डिके कर रहा, तो आ जिहड़ी पोलैरिटी है, आ जिहड़ा एंड है, इट मस्ट बी एट द हायर पोटेंशियल। तो ये दिस एंड विल बिहेव एज पॉजिटिव टर्मिनल, दिस एंड ऑफ द कॉइल विल बिहेव एज नैगेटिव टर्मिनल। ये सिचुएशन असीं इत्थे दिखाई हुई है। तो जदों ये पूरा डिस्चार्ज हो गया, क्योंकि ये सैल है ऑलरेडी, ये पोलैरिटी ये बन चुकी ने, नो इट विल स्टार्ट रीचार्जिंग दिस कैपेसिटर। वो सिचुएशन असीं इत्थे दिखाई हुई है। इस पोलैरिटी करके आ मूवमेंट तो बाद कॉइल की आ पोलैरिटी बन करके साडे कोले अगेन ਉਹੀ कैपेसिटर की पोजीशन बन जाएगी जिहड़ी पहली फिगर दे विच सीगी। देयरफॉर जदों ए मूवमेंट तो असीं इत्थे पहुँच गए, जां सर्किट इन्हां स्टैप्स के राही ये पोजीशन ते पहुँच गया, असीं कहांगे वन साइकिल ऑफ ऑसिलेशन हैज़ बीन एग्जीक्यूटेड। ये ऑसिलेशन किहड़ी है, इट इज़ इलैक्ट्रिकल ऑसिलेशन। आ दोनों इक्वेशन असीं पहलां डिस्कस कर चुके हैं, इसलिए इस दे बेस ते ही असीं एक्सचेंज ऑफ इलैक्ट्रिकल फील्ड एनर्जी इंटू मैग्नेटिक फील्ड एनर्जी डिस्कस किया है। द इंड्यूस्ड EMF अपोजेज द चेंज इन करंट। इंड्यूस्ड EMF इस लाइन को डिस्कस कर रहे हैं, इस फिगर 1 एंड 3, फिगर 1 एंड 3 आ दोनों फिगर्स रिप्रजेंट दैट मूवमेंट्स, वो समय दस रही ने सर्किट का, when entire energy with the circuit is in the form of electrical energy, that is when capacitor is fully charged। जिहड़ी आ दो फिगर्स ने 2 ते 4 depict that moment when entire energy with the circuit is in the form of magnetic field energy। सारी एनर्जी magnetic field energy की फॉर्म दे विच है। The last figure when magnetic field energy of the circuit at movement shown by figure 4 is converted into electric field energy, the circuit comes to same position। असीं अगली लाइन लिख रहे हैं भी आ जिहड़ी फिगर 4 है, ये अंदर मैग्नेटिक फील्ड एनर्जी अपीयर हो चुकी है। जदों ये डिसअपीयर हो जाएगी, जदों ये डिसअपीयर हो जाएगी, इनू रीचार्ज करेगी, रीचार्जिंग हो जाएगी, तो जी फिगर 5 दे विच सर्किट आएगा, तो उस सिचुएशन पहुँच के जोड़ा सर्किट पहली पोजीशन दे विच हो सीगा। देयरफॉर व्हेन मैग्नेटिक फील्ड एनर्जी ऑफ द सर्किट एट मूवमेंट शोन बाय फिगर 4 इज कन्वर्टेड इनटू इलैक्ट्रिक फील्ड एनर्जी, आ जी एनर्जी है इलैक्ट्रिक फील्ड एनर्जी दे विच कन्वर्ट हो गई। The circuit comes to same position in which it was। सर्किट उस पोजीशन च आ गया जिहड़ा हुंदा सी, जिहड़ा पहला सी, when it was at some earlier moment shown by figure 1। This commensurates another new cycle। इस तो बाद एक नवा साइकिल शुरू हो गया। वो जिहड़ा साइकिल उहदे विच आ सारे स्टैप्स बारी बारी रेपीटेशनस होणगीਆਂ। एक्सचेंज ऑफ इलैक्ट्रिक फील्ड एनर्जी एंड मैग्नेटिक फील्ड एनर्जी will be taking place। In the bottom of this page, I try to make a comparison between the behavior of mechanical vibrator and electrical oscillations। इस comparison ਦੇ ਲਈ ਅਸੀਂ ਅਲੱਗ-ਅਲੱਗ ਕੰਪੋਨੈਂਟਸ, ਦੋਨਾਂ ਸਰਕਟਸ ਦੀਆਂ ਕੰਪੋਨੈਂਟਸ ਨੂੰ ਕੰਪੇਅਰ ਕਰ ਰਹੇ ਹਾਂ। ਸਾਡੇ ਕੋਲ ਮਕੈਨੀਕਲ ਜਦੋਂ ਵਾਈਬ੍ਰੇਟਰ ਸੀਗਾ, ਸਪਰਿੰਗ ਦੇ ਨਾਲ ਅਸੀਂ ਮਾਸ ਅਟੈਚ ਕੀਤਾ ਸੀਗਾ, ਜਿਹੜੀ ਕੁਆਂਟਿਟੀ ਜਿਹੜੀ ਕੰਪੋਨੈਂਟ ਔਸਲੇਟ ਕਰ ਰਹੀ ਸੀ ਉੱਥੇ ਮਾਸ ਸੀਗਾ, ਰੋਲ ਆਫ ਮਾਸ ਇਨ ਮਕੈਨੀਕਲ ਵਾਈਬ੍ਰੇਟਰ
ਇੱਥੇ ਇਸ ਸਰਕਟ ਦੇ ਵਿੱਚ ਕੌਣ ਪਲੇ ਕਰਦਾ ਰੋਲ? ਚਾਰਜ। ਇਟ ਇਜ਼ ਇਕੁਅਲੈਂਟ ਟੂ ਰੋਲ ਆਫ ਮਾਸ in a mechanical vibrator is played by charge in LC oscillator. Both are equivalent. Mass in the first case and charge in the LC oscillator case. Movements when capacitor is fully discharged. Capacitor कित्थे discharge होया? Figure 2 ਤੇ figure 4 ਦੇ ਵਿੱਚ। Movements when capacitor is fully discharged in electrical oscillator ਕਿਹਦੇ equivalent ਹੈ? ਕਿਹੜੀ movement ਦੇ? Movement when mass will be found passing through mean position। ਕਿਉਂਕਿ capacitor ਤੇ neutrality ਕਿਹੜੀ ਹੈ? ਜਦੋਂ ਐਵਰੇਜ ਚਾਰਜ, ਜਦੋਂ ਚਾਰਜ ਹੈ ਹੀ ਨਹੀਂ, ਜਦੋਂ ਉਧਰ ਮਾਸ mean position ਤੇ ਸੀਗਾ। ਉਹ ਕਿਹੜੀਆਂ ਦੋ ਸਿਚੁਏਸ਼ਨਸ ਨੇ? ਇੱਕ ਆਹ ਤੇ ਇੱਕ ਆਹ। ਇਹ ਦੋਨੇ ਪੋਜੀਸ਼ਨਸ ਦੱਸ ਰਹੀਆਂ ਨੇ ਵੀ ਇਲੈਕਟ੍ਰੀਕਲ ਔਸੀਲੇਟਰ ਦੇ ਵਿੱਚ ਜਦੋਂ LC ਸਰਕਟ ਇਸ ਪੋਜੀਸ਼ਨ 'ਚ ਹੈ ਜਾਂ ਇਸ ਪੋਜੀਸ਼ਨ ਦੇ ਵਿੱਚ ਹੈ, ਮਕੈਨੀਕਲ ਔਸੀਲੇਟਰ ਦੇ ਵਿੱਚ ਜਿਹੜਾ ਮਾਸ ਉਹ ਕਿੱਥੋਂ ਦੀ ਪਾਸ ਕਰ ਰਿਹਾ ਹੋਏਗਾ? ਤੇ ਇਕੁਇਵਲੈਂਟ ਆਪਣੀ ਮੀਨ ਪੋਜੀਸ਼ਨ ਦੇ ਵਿੱਚੋਂ, ਆਪਣੀ ਮੀਨ ਪੋਜੀਸ਼ਨ ਦੇ ਵਿੱਚੋਂ। ਨੈਕਸਟ ਪੁਆਇੰਟ, ਮੈਗਨੈਟਿਕ ਫੀਲਡ એનર્ਜੀ। ਕਦੋਂ ਮੈਗਨੈਟਿਕ ਫੀਲਡ એનર્ਜੀ ਇਲੈਕਟ੍ਰੀਕਲ ਦੇ ਵਿੱਚ ਕਦੋਂ ਆਉਂਦੀ ਹੈ? ਜਦੋਂ ਮੀਨ 'ਚ ਹੁੰਦਾ, ਜਦੋਂ ਆਹ ਸਿਚੁਏਸ਼ਨ ਹੁੰਦੀ ਹੈ ਉਦੋਂ ਮੈਗਨੈਟਿਕ ਫੀਲਡ એનર્ਜੀ ਹੁੰਦੀ ਹੈ। ਹੁਣੇ ਅਸੀਂ ਕਿਹਾ ਵੀ ਇਹ ਦੋਨੇ ਜਿਹੜੀਆਂ ਮੂਵਮੈਂਟਸ ਨੇ ਇਹ ਮਕੈਨੀਕਲ ਔਸੀਲੇਟਰ ਦੇ ਵਿੱਚ ਕਿਹੜੀ ਟਾਈਮ ਨਾਲ ਇਕੁਇਵਲੈਂਟ ਨੇ? ਜਦੋਂ ਮਾਸ ਆਪਣੀ ਮੀਨ ਚੋਂ ਦੀ ਪਾਸ ਕਰ ਰਿਹਾ, ਜਦੋਂ ਪਾਰਟੀਕਲ ਆਪਣੀ ਮੀਨ ਚੋਂ ਪਾਸ ਕਰ ਰਿਹਾ ਸੀ ਮਕੈਨੀਕਲ ਔਸੀਲੇਟਰ ਦੇ ਵਿੱਚ, ਸਾਰੀ એનર્ਜੀ ਕਿਸ ਫਾਰਮ ਸੀ ਉਹਦੇ ਕੋਲ? ਕਿਨੈਟਿਕ એનર્ਜੀ ਦੀ ਫਾਰਮ ਦੇ ਵਿੱਚ। ਦੇਅਰਫੋਰ ਇਲੈਕਟ੍ਰੀਕਲ ਔਸੀਲੇਟਰ ਦੇ ਵਿੱਚ ਮੈਗਨੈਟਿਕ ਫੀਲਡ ਜਿਹੜੀ એનર્ਜੀ ਹੈ ਦਿਸ ਇਜ਼ ਇਕੁਇਵਲੈਂਟ ਟੂ kinetic energy of the mechanical oscillator। ਇਸੇ ਤਰੀਕੇ ਦੇ ਨਾਲ ਆਹ ਦੋ ਸਿਚੁਏਸ਼ਨਸ ਕਦੋਂ ਨੇ? ਐਕਸਟ੍ਰੀਮ ਪੋਜੀਸ਼ਨਸ ਨੇ। ਇਹ ਕਦੋਂ ਸਿਚੁਏਸ਼ਨ ਬਣੇਗੀ? ਮਕੈਨੀਕਲ ਔਸੀਲੇਟਰ ਦੇ ਵਿੱਚ ਇਹਦੀ ਇਕੁਇਵਲੈਂਟ ਕਿਹੜੀ ਪੋਜੀਸ਼ਨ ਹੈ? ਜਦੋਂ ਮਾਸ ਆਪਣੀ ਲੈਫਟ ਜਾਂ ਰਾਈਟ ਐਕਸਟ੍ਰੀਮ ਤੇ ਹੈ। ਜਦੋਂ ਮਾਸ ਲੈਫਟ ਜਾਂ ਰਾਈਟ ਐਕਸਟ੍ਰੀਮ ਤੇ ਹੈ ਉਦੋਂ ਉਹਦੇ ਕੋਲ ਕਿਹੜੀ એનર્ਜੀ ਹੁੰਦੀ ਹੈ? ਪੋਟੈਂਸ਼ੀਅਲ એનર્ਜੀ। ਇਲੈਕਟ੍ਰੀਕਲ ਔਸੀਲੇਟਰ ਦੇ ਵਿੱਚ ਸਾਰੀ એનર્ਜੀ ਕਿਸ ਫਾਰਮ 'ਚ ਹੈ? ਇਲੈਕਟ੍ਰੀਕਲ એનર્ਜੀ ਦੀ ਫਾਰਮ ਦੇ ਵਿੱਚ। ਮਕੈਨੀਕਲ ਦੇ ਵਿੱਚ ਜਦੋਂ ਮਾਸ ਐਕਸਟ੍ਰੀਮ ਤੇ ਹੁੰਦਾ ਉਦੋਂ ਕਿਹੜੀ એનર્ਜੀ ਹੁੰਦੀ ਹੈ? ਪੋਟੈਂਸ਼ੀਅਲ એનર્ਜੀ। ਦੇਅਰਫੋਰ ਵੀ ਕੈਨ ਸੇ ਇਨ ਕੇਸ ਆਫ ਮਕੈਨੀਕਲ ਔਸੀਲੇਟਰ potential energy is equivalent to electrical energy। ਇਹੀ ਚੀਜ਼ ਅਸੀਂ ਇੱਥੇ ਡਿਸਕਸ ਕੀਤੀ ਹੈ। ਇਲੈਕਟ੍ਰੀਕਲ એનર્ਜੀ in electrical oscillator is equivalent to potential energy in mechanical oscillator। A restoring force which brings mechanical oscillator back to its mean position। mechanical oscillator ਦੇ ਵਿੱਚ restoring force ਨੂੰ ਵਾਪਸ ਲੈ ਕੇ ਆਉਂਦੀ ਹੈ ਜਿਸ ਕਰਕੇ exchange of energy takes place between ਕਿਹੜੀਆਂ energies ਨੇ? kinetic energy and mechanical energy। ਐਕਸਟ੍ਰੀਮ ਪੋਜੀਸ਼ਨ ਤੋਂ ਮਕੈਨੀਕਲ ਔਸੀਲੇਟਰ ਨੂੰ ਕੌਣ ਵਾਪਸ ਲੈ ਕੇ ਆਉਂਦਾ? ਰਿਸਟੋਰਿੰਗ ਫੋਰਸ। ਐਕਸਟ੍ਰੀਮ ਪੋਜੀਸ਼ਨ ਤੇ ਜਦੋਂ ਪਾਰਟੀਕਲ ਸੀ ਕਿਹੜੀ એનર્ਜੀ ਸੀ? ਪੋਟੈਂਸ਼ੀਅਲ એનર્ਜੀ। ਮੀਨ ਤੇ ਆ ਕੇ ਕਿਹੜੀ ਬਣ ਜਾਂਦੀ ਹੈ? ਇਲੈਕਟ੍ਰੀਕਲ એનર્ਜੀ। ਪੋਟੈਂਸ਼ੀਅਲ એનર્ਜੀ ਦੀ ਇਕੁਇਵਲੈਂਟ ਕਿਹੜੀ ਕੁਆਂਟੀਟੀ ਹੈ ਇੱਥੇ? ਇਲੈਕਟ੍ਰੀਕਲ એનર્ਜੀ, ਇਲੈਕਟ੍ਰੀਕਲ ਫੀਲਡ એનર્ਜੀ। ਕਿਨੈਟਿਕ એનર્ਜੀ ਦੀ ਇਕੁਇਵਲੈਂਟ ਕਿਹੜੀ ਹੈ? ਮੈਗਨੈਟਿਕ ਫੀਲਡ એનર્ਜੀ। ਇਹਨਾਂ ਦੋਨਾਂ એનર્ਜੀਜ਼ ਦੇ ਵਿੱਚ ਐਕਸਚੇਂਜ ਕੌਣ ਕਰਦਾ ਹੈ? ਰਿਸਟੋਰਿੰਗ ਫੋਰਸ। ਇਹਨਾਂ ਦੋਨਾਂ એનર્ਜੀਜ਼ ਕਰਕੇ ਐਕਸਚੇਂਜ ਕਿਸ ਕਰਕੇ ਹੁੰਦੀ ਹੈ? ਡਿਊ ਟੂ ਇੰਡਿਊਸਡ EMF। ਜੇ EMF ਇੰਡਿਊਸ ਨਾ ਹੁੰਦੀ ਹੋਈ, ਜੇ ਨਾ ਹੁੰਦੀ, ਜੇ ਤੇ EMF ਨਾ ਇੰਡਿਊਸ ਹੋਈ ਹੁੰਦੀ, ਪੋਲੈਰਿਟੀ ਨਾ ਇਸ ਤਰ੍ਹਾਂ ਦੀ ਬਣਦੀ, ਤਾਂ ਡਿਸਚਾਰਜ ਹੋਣ ਤੋਂ ਬਾਅਦ ਦੁਬਾਰੇ ਕੈਪੈਸਿਟਰ ਨੂੰ ਕੋਈ ਚਾਰਜ ਕਰਨ ਵਾਲਾ ਨਹੀਂ ਸੀ, ਤਾਂ ਸਾਡੇ ਕੋਲ ਨੈਕਸਟ ਸਾਈਕਲਿਕ ਪ੍ਰੋਸੈਸ ਨਹੀਂ ਸੀ ਬਣਨੀ। Therefore we can say restoring force which brings mechanical oscillator back to its mean position is equivalent to induced EMF which causes conversion of magnetic field energy into electrical energy and vice versa। It is about the behavior of LC oscillator, how the oscillations, electrical oscillations are
ਪ੍ਰੋਡਿਊਸਡ। ਇਸ ਸਰਕਟ ਨੂੰ ਅਸੀਂ LC ਸਰਕਟ ਵੀ ਕਹਿ ਦਿੰਦੇ ਹਾਂ। ਇਟ ਇਜ਼ ਆਲਸੋ ਨੋਨ ਐਜ਼ ਟੈਂਕ ਸਰਕਟ। ਇਨ ਦ ਨੈਕਸਟ discussion we will be discussing differential equation for simple harmonic electrical oscillator। ਜਿਵੇਂ ਅਸੀਂ mechanical oscillator ਦੀ differential equation ਬਣਾਈ ਸੀ, ਉਸੇ ਤਰੀਕੇ ਨਾਲ ਅਸੀਂ electrical oscillator ਦੀ differential equation ਬਣਾਵਾਂਗੇ। ਇਹਦੇ ਲਈ ਅਸੀਂ ਦੁਬਾਰਾ ਤੋਂ ਟੈਂਕ ਸਰਕਟ ਬਣਾਇਆ। ਇਟ ਇਜ਼ ਏ ਕਪੈਸਿਟਰ, ਇਹ ਸਾਡੇ ਕੋਲ ਇੱਕ ਇੰਡਕਟਰ ਹੈ। ਅਸੀਂ ਪਹਿਲੀਆਂ ਫਿਗਰ ਦੇ ਵਿੱਚ ਇਹਦੇ 'ਚ 4 ਯੂਨਿਟ ਪੋਜ਼ਿਟਿਵ ਚਾਰਜ ਦੇ ਦਿਖਾਏ ਸੀ, ਹੁਣ ਅਸੀਂ 2 ਦਿਖਾਏ ਆ। ਇਹਦਾ ਮਤਲਬ ਅਸੀਂ ਇੱਕ ਉਹ ਟਾਈਮ ਚੂਜ਼ ਕਰ ਰਹੇ ਹਾਂ ਜਦੋਂ ਕੁਝ ਕੁ ਜਿਹੜਾ ਕਪੈਸਿਟਰ ਹੈ ਇਹ ਡਿਸਚਾਰਜ ਹੋ ਚੁੱਕਿਆ ਤੇ ਮੈਕਸਿਮਮ ਕਰੰਟ ਸਪੋਜ਼ I0 ਹੋਏਗਾ, ਜਦੋਂ ਮੈਕਸਿਮਮ ਪੋਟੈਂਸ਼ੀਅਲ ਡਿਫਰੈਂਸ ਸਪੋਜ਼ V0 ਸੀਗਾ। ਕੁਝ ਟਾਈਮ ਬਾਅਦ ਅਸੀਂ ਇਹਨੂੰ ਆਬਜ਼ਰਵ ਕਰ ਰਹੇ ਹਾਂ, ਕੀ ਕਲੋਜ਼ ਕੀਤੀ, ਕੁਝ ਟਾਈਮ ਵੇਟ ਕੀਤੀ, ਕੁਝ ਟਾਈਮ ਬਾਅਦ ਵੀ ਫਾਊਂਡ ਦੈਟ ਪੋਟੈਂਸ਼ੀਅਲ ਡਿਫਰੈਂਸ ਜਿਹੜਾ ਹੁਣ ਰਹਿ ਚੁੱਕਾ ਹੈ ਪਲੇਸ ਤੇ ਉਹ V ਹੈ। ਕਰੰਟ I ਫਲੋ ਕਰ ਰਿਹਾ, ਰੇਟ ਆਫ ਡਿਕੇ ਆਫ ਕਰੰਟ di/dt ਹੈ। ਇਸੇ ਕਰਕੇ ਇੱਕ EMF ਇੰਡਿਊਸ ਹੋ ਚੁੱਕੀ ਹੈ ਇਸ ਟਾਈਮ ਤੇ ਅਕ੍ਰੋਸ ਦ ਐਂਡਸ ਆਫ ਦਿਸ ਇੰਡਕਟਰ। ਦਿਸ ਇਜ਼ -L di/dt। ਇਹ ਸਰਕਟ ਦੇ ਅੰਦਰ ਦੋ ਤਰ੍ਹਾਂ ਦੀ ਸਾਡੇ ਕੋਲ ਵੋਲਟੇਜ ਸੋਰਸਸ ਦਿਖ ਰਹੇ ਨੇ। ਇੱਕ ਵੋਲਟੇਜ ਇੱਥੇ ਦਿਖ ਰਹੀ ਹੈ, ਇੱਕ ਵੋਲਟੇਜ ਸਾਡੇ ਕੋਲ ਇੱਥੇ ਦਿਖ ਰਹੀ ਹੈ। ਇੱਥੇ ਵੋਲਟੇਜ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਕਰਕੇ ਆਈ ਹੈ, ਇੱਥੇ ਵੋਲਟੇਜ ਬਣਿਆ ਡਿਊ ਟੂ ਚਾਰਜ, ਡਿਊ ਟੂ ਪਲੇਸਮੈਂਟ ਆਫ ਚਾਰਜ ਔਨ ਦਾ ਪਲੇਸ ਆਫ ਦਾ ਕੈਪੈਸਿਟਰ। ਇੱਥੇ ਇਲੈਕਟ੍ਰਿਕ ਫੀਲਡ એનર્ਜੀ ਹੈ, ਇੱਥੇ ਮੈਗਨੈਟਿਕ ਫੀਲਡ એનર્ਜੀ ਹੈ। ਨਾਲ ਦੀ ਨਾਲ ਇੱਕ EMF ਇੰਡਿਊਸ ਹੋਈ ਹੈ। So when a charged capacitor is connected across an inductor and is allowed to discharge, allowed to discharge ਦਾ ਮਤਲਬ ਕੀ ਹੈ? ਅਸੀਂ ਇੱਥੇ ਕੀ ਦਿਖਾਈ ਹੋਈ ਹੈ, ਜਦੋਂ ਅਸੀਂ ਕੀ ਕਲੋਜ਼ ਕਰਾਂਗੇ ਉਦੋਂ ਅਸੀਂ ਅਲਾਉ ਕਰ ਰਹੇ ਹਾਂ ਕੈਪੈਸਿਟਰ ਨੂੰ ਡਿਸਚਾਰਜ ਹੋਣ ਲਈ। ਜਦੋਂ ਇਹ ਓਪਨ ਹੋਏਗਾ ਕੈਪੈਸਿਟਰ ਡਿਸਚਾਰਜ ਨਹੀਂ ਹੋਏਗਾ। ਦੇਅਰਫੋਰ ਸਾਡੇ ਹੱਥ ਦੇ ਵਿੱਚ ਕੰਟਰੋਲ ਆ, ਵੀ ਆਰ ਵੈਲ ਵਿਦਿਨ ਕੰਟਰੋਲ ਟੂ ਅਲਾਉ ਚਾਰਜਿੰਗ ਆਫ ਏ ਕੈਪੈਸਿਟਰ। ਇਸ ਕਰਕੇ ਅਸੀਂ ਲਿਖਦੇ ਹਾਂ ਐਂਡ ਇਜ਼ ਅਲਾਉਡ। ਜਦੋਂ ਇਹਨੂੰ ਅਸੀਂ ਅਲਾਉ ਕਰਾਂਗੇ, ਕਨਵਰਸ਼ਨ ਆਫ ਇਲੈਕਟ੍ਰੀਕਲ ਐਨਰਜੀ ਇਨਟੂ ਮੈਗਨੈਟਿਕ ਫੀਲਡ ਐਨਰਜੀ ਸਟਾਰਟਸ ਟੇਕਿੰਗ ਪਲੇਸ। ਜਿਵੇਂ ਅਸੀਂ ਡਿਸਕਸ ਕੀਤਾ ਵੀ ਕੋਈ ਮੂਵਮੈਂਟ ਹੈ ਟਾਈਮ ਦੀ, ਲੈਟ ਐਟ ਐਨੀ ਟਾਈਮ t, potential difference between plates of capacitor becomes V, current flow ਕਰ ਰਿਹਾ I ਹੈ, di/dt ਵੀ the rate at which current is decaying। ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਲਗਾਤਾਰ ਇਸ ਰੇਟ ਨਾਲ ਕਰੰਟ ਘਟ ਰਿਹਾ, ਪਹਿਲਾਂ ਮੈਕਸਿਮਮ ਫਿਰ ਹੌਲੀ ਹੌਲੀ ਘਟੀ ਜਾ ਰਿਹਾ, ਅਲਟੀਮੇਟਲੀ ਨੇ 0 ਬਣਨਾ ਹੈ। ਕਦੋਂ? ਜਦੋਂ ਇਸ ਪਲੇਟ ਤੇ ਸਾਰਾ ਚਾਰਜ ਡਿਸਅਪੀਅਰ ਹੋ ਜਾਏਗਾ, ਇਸ ਪਲੇਟ ਤੇ ਸਾਰਾ ਚਾਰਜ ਡਿਸਅਪੀਅਰ ਹੋ ਜਾਏਗਾ, ਉਦੋਂ ਸਾਰੀ ਜਿਹੜੀ ਇਲੈਕਟ੍ਰਿਕ ਫੀਲਡ ਐਨਰਜੀ ਹੈ ਇਸ ਕੰਪੋਨੈਂਟ ਕੋਲੇ ਆ ਜਾਣੀ ਹੈ। ਇਨ ਬਿਟਵੀਨ ਕੋਈ ਟਾਈਮ t ਮੂਵਮੈਂਟ ਲੈ ਰਹੇ ਆ, ਕੁਝ એનર્ਜੀ ਇਲੈਕਟ੍ਰਿਕ ਫੀਲਡ ਫਾਰਮ ਦੇ ਵਿੱਚ ਹੈ ਤੇ ਕੁਝ એનર્ਜੀ ਮੈਗਨੈਟਿਕ ਫੀਲਡ એનર્ਜੀ ਦੀ ਫਾਰਮ ਦੇ ਵਿੱਚ ਹੈ। ਉਸ ਟਾਈਮ ਤੇ ਇੱਥੇ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਬਣ ਗਿਆ? V। ਇਟ ਇਜ਼ Q/C। ਪੋਟੈਂਸ਼ੀਅਲ ਡਿਫਰੈਂਸ ਕਿਵੇਂ ਨੋਟ ਕੀਤਾ ਜਾਂਦਾ ਹੈ? ਰੇਸ਼ੀਓ ਆਫ ਚਾਰਜ ਪਰ ਕੈਪੈਸਿਟੈਂਸ V is equal to Q/C। ਇੱਥੇ ਵੋਲਟੇਜ ਦੂਸਰੀ ਕੰਪੋਨੈਂਟ ਕੋਲੇ ਕਿੰਨੀ ਹੈ? ਵੋਲਟੇਜ ਔਰ potential difference which is induced EMF across the inductor is -L di/dt. Here negative sign is for nature of induced EMF. The magnitude कितना है? It is just L di/dt. ਅਸੀਂ ਇਹ ਸਰਕਟ ਤੇ ਕਿਰਚੌਫ ਲਾਅ ਲਾਉਣਾ ਹੈ। ਅਸੀਂ ਆ ਕੈਪੈਸਿਟਰ ਦੇ ਅਕ੍ਰੋਸ ਜਿਹੜੀ ਵੋਲਟੇਜ ਆ ਉਹਨੂੰ ਇੱਕ ਵੋਲਟੇਜ ਸੋਰਸ ਰਾਹੀਂ ਰਿਪਰੈਜ਼ੈਂਟ ਕੀਤਾ ਹੈ, ਕਿਉਂਕਿ ਇਹ ਪੋਲੈਰਿਟੀ ਪੋਜ਼ਿਟਿਵ ਹੈ, ਨੈਗੇਟਿਵ। ਅਸੀਂ ਇਹਦੇ ਇਕੁਇਵਲੈਂਟ ਇੱਕ ਸੈੱਲ ਦਿਖਾ ਰਹੇ ਹਾਂ, ਕਿਉਂਕਿ ਆ ਜਿਹੜਾ EMF ਦਾ ਸੋਰਸ ਬਣ ਚੁੱਕਾ ਹੈ, ਕੋਇਲ ਹੈਜ਼ ਬਿਕਮ ਏ ਸੋਰਸ ਆਫ EMF। ਜਿਵੇਂ ਅਸੀਂ ਪਹਿਲਾਂ ਡਿਸਕਸ ਕੀਤਾ ਹੈ, ਆ ਐਂਡ ਜਦੋਂ ਤੱਕ ਇਹ ਡਿਸਚਾਰਜ ਹੋ ਰਿਹਾ, ਦਿਸ ਐਂਡ ਵਿਲ ਬਿਹੇਵ ਐਜ਼ ਅ ਨੈਗੇਟਿਵ ਟਰਮੀਨਲ ਆਫ ਬੈਟਰੀ, ਇਹ ਪੋਜ਼ਿਟਿਵ। ਅਸੀਂ ਇਹਦੇ ਇਕੁਇਵਲੈਂਟ ਵੋਲਟੇਜ ਸੋਰਸ ਐਵੇਂ ਦਿਖਾ ਰਹੇ ਹਾਂ। ਅਸੀਂ ਕਿਰਚੌਫ ਲਾਅ ਲਾਈਏ, ਅਸੀਂ ਸਪੋਜ਼ ਇੱਥੋਂ ਚੱਲੇ ਹਾਂ, ਵੀ ਐਨਕਾਊਂਟਰ ਏ ਨੈਗੇਟਿਵ ਟਰਮੀਨਲ, ਆ ਵੋਲਟੇਜ ਪੋਜ਼ਿਟਿਵ ਹੋਏਗੀ। ਇੱਥੇ ਪਹੁੰਚ ਰਹੇ ਹਾਂ, ਇੱਥੇ ਫਿਰ ਵੀ ਐਨਕਾਊਂਟਰਡ ਅਗੇਨ ਨੈਗੇਟਿਵ ਟਰਮੀਨਲ, ਇਹ ਵੋਲਟੇਜ ਵੀ ਪੋਜ਼ਿਟਿਵ ਲਵਾਂਗੇ। Therefore, by applying Kirchhoff's second law, voltage V plus this induced EMF will be 0। ਕਦੇ ਵੀ ਗਲਤੀ ਨਹੀਂ ਕਰਨੀ
ਵੀ ਆ ਜਿਹੜੀ EMF ਹੈ, E ਮੈਂ ਸਿੰਬਲ ਗਲਤੀ ਨਾਲ E ਲੈ ਗਿਆ, ਅਸਲ 'ਚ ਇਹ ਆ ਸਿੰਬਲ ਹੈ, ਇਟ ਇਜ਼ ਵੋਲਟੇਜ ਅਕ੍ਰੋਸ ਇੰਡਕਟਰ। ਕਦੇ ਵੀ ਇਹ ਨੈਗੇਟਿਵ ਸਾਈਨ ਨੂੰ ਇਨਕਾਰਪੋਰੇਟ ਨਹੀਂ ਕਰਨਾ, ਇਟ ਇਜ਼ ਜਸਟ ਫਾਰ ਦਾ ਨੇਚਰ ਆਫ ਇੰਡਿਊਸਡ EMF। ਜਦੋਂ ਵੀ ਇੱਥੇ ਪੁੱਟ ਕਰਨਾ ਇਹਦਾ ਮੈਗਨੀਟਿਊਡ ਪੁੱਟ ਕਰਨਾ, ਇਹ ਸਾਈਨ ਨੂੰ ਕਦੇ ਵੀ ਨਾਲ ਲੈ ਕੇ ਨਹੀਂ ਆਉਣਾ, ਕਿਉਂਕਿ ਇਹ ਜਿਹੜਾ ਸਾਈਨ ਹੈ ਇਟ ਇਜ਼ ਜਸਟ ਫਾਰ ਟੈਲਿੰਗ ਦਾ ਨੇਚਰ ਆਫ ਇੰਡਿਊਸਡ EMF। ਤਾਂ ਕਿਰਚੌਫ ਲਾਅ ਤੋਂ ਆਹ ਵੋਲਟੇਜ ਤੇ ਆਹ ਵੋਲਟੇਜ ਦਾ ਸਮ 0 ਹੋਏਗਾ। ਜੇ ਮੰਨ ਲਓ ਆਹ ਜਿਹੜਾ ਸਾਡੀ ਕੋਇਲ ਹੈ, ਜੇ ਐਵੇਂ ਬਿਹੇਵ ਕਰਦੀ ਹੁੰਦੀ ਵੀ ਆਹ ਐਂਡ ਪੋਜ਼ਿਟਿਵ ਹੋਣਾ ਸੀ, ਆਹ ਨੈਗੇਟਿਵ, ਤਾਂ ਆਹ ਜਿਹੜੀ ਵੋਲਟੇਜ ਹੈ ਇਹ ਨੈਗੇਟਿਵ ਹੋਣੀ ਸੀ, ਇੱਥੇ -E ਆਉਣਾ ਸੀ। ਪਰ ਹੁਣ ਇਹਦੇ ਇਕੁਇਵਲੈਂਟ ਸਰਕਟ ਸਾਡੇ ਕੋਲ ਇਸ ਤਰ੍ਹਾਂ ਬਣਦਾ ਹੈ, ਇਹ ਵੋਲਟੇਜ ਤੇ ਪਲੱਸ ਇਹ ਵੋਲਟੇਜ ਇਜ਼ ਇਕੁਅਲ ਟੂ 0, ਕਿਉਂਕਿ ਕਿਰਚੌਫ ਸੈਕੰਡ ਲਾਅ ਕੀ ਹੈ, ਕੋਈ ਵੀ ਕਲੋਜ਼ ਲੂਪ ਹੋਵੇ ਉਹਦੇ ਅੰਦਰ ਸਪੋਜ਼ ਕੁਝ ਰੈਜ਼ਿਸਟੈਂਸਿਸ ਨੇ, ਕੁਝ ਵੋਲਟੇਜ ਸੋਰਸਿਸ ਨੇ, ਅਸੀਂ ਕੀ ਕਹਿੰਦੇ ਆ ਵੀ ਪ੍ਰੋਡਕਟ ਆਫ ਕਰੰਟਸ ਵਿਦ ਦਾ ਰੈਜ਼ਿਸਟੈਂਸਿਸ, ਸਮ ਆਫ ਕਰੰਟਸ ਐਂਡ ਰੈਜ਼ਿਸਟੈਂਸਿਸ, ਜਿੰਨੀਆਂ ਰੈਜ਼ਿਸਟੈਂਸਿਸ ਨੇ ਉਹਨਾਂ ਦੇ ਵਿੱਚੋਂ ਦੀ ਕਰੰਟ ਕੋਈ ਫਲੋ ਕਰ ਰਿਹਾ, ਕੱਲੀ ਰੈਜ਼ਿਸਟੈਂਸ ਦੇ ਵਿੱਚੋਂ ਦੀ ਨਿਕਲਣ ਵਾਲੇ ਕਰੰਟ ਨੂੰ ਲੈ ਕੇ ਉਹਨਾਂ ਦਾ ਪ੍ਰੋਡਕਟ ਲੈ ਲਈਏ, ਉਹਨੂੰ ਕਹਿੰਦੇ ਆ ਸਮ ਆਫ ਪ੍ਰੋਡਕਟਸ ਆਫ ਕਰੰਟਸ ਵਿਦ ਰੈਜ਼ਿਸਟੈਂਸਿਸ। ਕਿਹਦੇ ਬਰਾਬਰ ਹੁੰਦਾ ਹੈ, ਸਮ ਆਫ ਵੋਲਟੇਜਸ, ਸਮ ਆਫ EMFs, ਜਿੰਨੇ ਸੈੱਲ ਨੇ ਉਹਨਾਂ ਦੇ EM ਦੇ ਸਮ ਦੇ ਬਰਾਬਰ ਹੈ। ਸਾਈਨ ਕਨਵੈਨਸ਼ਨ ਦੱਸਦੀ ਹੈ ਵੀ ਜਿਹੜੇ ਪ੍ਰੋਡਕਟਸ ਨੇ ਕਰੰਟ ਤੇ ਰੈਜ਼ਿਸਟੈਂਸ ਦੇ, ਉਹ ਪ੍ਰੋਡਕਟਸ ਨੂੰ ਤੁਸੀਂ ਪੋਜ਼ਿਟਿਵ ਫੇਰ ਲੈਣਾ ਜੇ ਤੁਸੀਂ ਟਰਵਰਸ ਕਰਦੇ ਹੋ ਲੂਪ ਉਸੇ ਪਾਸੇ ਜਿਸ ਪਾਸੇ ਕਰੰਟ ਫਲੋ ਕਰ ਰਿਹਾ। ਵੋਲਟੇਜ ਕਿਹੜੀਆਂ, EMFs ਕਿਹੜੀਆਂ ਪੋਜ਼ਿਟਿਵ ਲੈਣੀਆਂ ਨੇ, ਇੱਕ ਪੁਆਇੰਟ ਤੋਂ ਚੱਲੋ, ਜੇ ਤੁਸੀਂ ਇੱਕ ਰੂਟ ਪਕੜ ਲਿਆ, ਸਪੋਜ਼ we decided that we shall traverse this loop in anti-clockwise direction, ਅਸੀਂ ਇੱਥੋਂ ਚੱਲੇ, we encountered S ਤੇ ਪਹੁੰਚੇ, ਨੈਗੇਟਿਵ ਟਰਮੀਨਲ ਆ ਗਿਆ, ਤਾਂ ਇਹਦੀ ਜਿਹੜੀ ਵੋਲਟੇਜ ਹੈ, ਜਿਹੜੀ EMF ਹੈ, ਇਟ ਵਿਲ ਬੀ ਟੇਕਨ ਐਜ਼ ਪੋਜ਼ਿਟਿਵ। ਉਸੇ ਡਾਇਰੈਕਸ਼ਨ 'ਚ ਅਸੀਂ ਇੱਥੇ ਪਹੁੰਚੇ, ਅਗੇਨ ਵੀ ਐਨਕਾਊਂਟਰਡ ਨੈਗੇਟਿਵ ਟਰਮੀਨਲ ਆਫ ਦਿਸ ਸੈੱਲ, ਤਾਂ ਆਹ ਜਿਹੜਾ ਸੋਰਸ ਹੈ ਇਹਦੀ EMF ਵੀ ਅਸੀਂ ਪੋਜ਼ਿਟਿਵ ਲਵਾਂਗੇ। ਦੈਟਸ ਵਾਈ V ਦਾ ਸਿੰਬਲ ਵੀ ਪੋਜ਼ਿਟਿਵ, A ਦਾ ਸਿੰਬਲ ਵੀ ਪੋਜ਼ਿਟਿਵ, ਕਿਉਂਕਿ ਕੋਈ ਰੈਜ਼ਿਸਟੈਂਸ ਹੈ ਹੀ ਨਹੀਂ ਸਰਕਟ ਦੇ ਵਿੱਚ, ਇਸ ਕਰਕੇ ਪ੍ਰੋਡਕਟ ਆਫ ਕਰੰਟਸ ਐਂਡ ਰੈਜ਼ਿਸਟੈਂਸ ਦੀ ਟਰਮ 0 ਹੋ ਜਾਏਗੀ। In place of V it is Q upon C, in place of this EMF it is L di by dt, just we divided by L, Q upon LC, this is di by dt is equal to 0, और आ term ਅਸੀਂ ਪਹਿਲਾਂ ਲਿਖ ਲਿਆ, it is d dt of I is equal to rate of flow of charge dq by dt plus 1 by LCQ. Now this is d2q by dt2 plus 1 by LCQ. एक constant है, 1 by LC is a constant, it is substituted for another constant, it is omega naught square। बिल्कुल डिटो ਸਾਡੇ ਕੋਲ ਮਕੈਨੀਕਲ ਆਸੀਲੇਟਰ ਦੇ ਵਿੱਚ ਵੀ ਸਾਡੇ ਕੋਲੇ ਓਮੇਗਾ ਨੌਟ ਸਕੁਅਰ ਸੀ ਪੁੱਟ ਕੀਤਾ ਸੀ। we come to this equation d2q by dt2 is plus omega naught square q is equal to 0। it is differential equation, यही differential equation of our simple harmonic electrical oscillator। किधे equivalent है, this equation is equivalent to d2x dt2 plus omega square x equal to 0 for mechanical vibrator। omega naught की होएगा 1 by root LC, फ्रीक्वेंसी किधे बराबर होएगी ओमेगा नॉट बाई 2 पाई 1 बाई 2 पाई रूट LC। इस ओमेगा नॉट ਨੂੰ ਅਸੀਂ ਐਂਗੂਲਰ ਫ੍ਰੀਕੁਐਂਸੀ ਕਹਿੰਦੇ ਆ, ਇਸ f naught ਨੂੰ ਅਸੀਂ ਨੈਚੁਰਲ ਫ੍ਰੀਕੁਐਂਸੀ ਆਫ ਆਸੀਲੇਸ਼ਨ ਕਹਿੰਦੇ ਆ। f naught is that number of complete charge oscillations occurring per unit time। to understand time period we can go to the last phase, it is that time in which LC circuit passes through movement shown from figure 1 to figure 5। टाइम पीरियड, ये ऑसिलेशन का टाइम पीरियड है कितना, जो तक पार्टिकल इस मूवमेंट तो दोबारा इस मूवमेंट नहीं आ जाता है। टाइम टेकन बाय द सर्किट टू स्विच फ्रॉम दिस मूवमेंट टू दिस मूवमेंट थ्रू दीज मूवमेंट्स, दैट टाइम इज कॉल्ड टाइम पीरियड ऑफ द electrical oscillator। with this we have discussed what is electrical oscillator, how electrical oscillations are produced, what is the cause of electrical oscillations, how we can represent
simple harmonic electrical oscillator in the form of differential equation. In the next lecture, we shall find solution of this differential equation which have been derived for simple harmonic electrical oscillator. With this, I shall be giving halt to this lecture. Thank you once again. Thank you so much.